बहुत ही प्यारे दर्शकों, ਤੁਹਾਡਾ ਅੱਜ ਦੀ ਇਸ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਟ੍ਰੇਨਿੰਗ ਦੇ ਸੰਬੰਧ ਦੇ ਵਿੱਚ ਵੀਡੀਓ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਅੱਜ ਇਸ ਵੀਡੀਓ ਦੇ ਰਾਹੀਂ ਅਸੀਂ ਤੁਹਾਨੂੰ EVM ਦੀ ਵਰਕਿੰਗ ਦੇ ਸੰਬੰਧ ਦੇ ਵਿੱਚ ਜਾਣਕਾਰੀ ਦੇਵਾਂਗੇ। ਆਓ ਸਭ ਤੋਂ ਪਹਿਲਾਂ ਇਹਦੇ ਜੋ ਵੱਖੋ-ਵੱਖਰੇ ਹਿੱਸੇ ਆ ਉਹਦੇ ਬਾਰੇ ਚ ਜਾਣਕਾਰੀ ਪ੍ਰਾਪਤ ਕਰਦੇ ਹਾਂ। ਸਭ ਤੋਂ ਮਹੱਤਵਪੂਰਨ ਜਿਹੜਾ ਇਹਦਾ ਪਾਰਟ ਆ ਉਹਨੂੰ ਅਸੀਂ ਕਹਿੰਦੇ ਆ ਕੰਟਰੋਲ ਯੂਨਿਟ। ਇਹਦੇ ਵਿੱਚ ਇਹਦੀ ਸਾਰੀ ਇਨਫੋਰਮੇਸ਼ਨ ਆ ਜਿਹੜੀ ਉਹ ਫੀਡ ਹੁੰਦੀ ਆ। ਇਹਦੇ ਤਿੰਨ ਹਿੱਸੇ ਹੁੰਦੇ ਆ। ਉੱਪਰਲੇ ਹਿੱਸੇ ਨੂੰ ਅਸੀਂ ਡਿਸਪਲੇ ਯੂਨਿਟ ਕਹਿ ਦਿੰਦੇ ਆ। ਇਹ ਕੈਂਡੀਡੇਟ ਸੈੱਟ ਯੂਨਿਟ ਆ, ਇਹਦਾ ਰਿਜ਼ਲਟ ਸੈਕਸ਼ਨ ਆ, ਔਰ ਇਹ ਜਿਹੜਾ ਹੈਗਾ ਇਹਦਾ ਬਿਲਡ ਸੈਕਸ਼ਨ ਆ। दूसरा ਜਿਹੜਾ ਇੰਪੋਰਟੈਂਟ ਹਿੱਸਾ ਉਹ VVPAT ਆ। ਇਹ ਨਵੀਂ ਮਸ਼ੀਨ ਹੈ ਜਿਹੜੀ ਸਾਡੀ ਇੰਟਰੋਡਿਊਸ ਹੋਈ ਆ, ਔਰ ਇਹਦੇ ਵਿੱਚ ਜਿਹੜੇ ਵੀ ਕੈਂਡੀਡੇਟ ਨੂੰ ਕੋਈ ਵੋਟਰ ਜਿਹੜੀ ਉਹਦੀ ਵੋਟ ਪਾਉਂਦਾ ਤਾਂ 7 ਸਕਿੰਟਾਂ ਦੇ ਲਈ ਜਿਹੜੀ ਉਹਦੀ ਪਰਚੀ ਆ ਉਹ ਇਸ ਡਿਸਪਲੇ ਯੂਨਿਟ ਦੇ ਵਿੱਚ ਜਿਹੜੀ ਉਹ ਡਿਸਪਲੇ ਹੁੰਦੀ ਆ। ਔਰ ਤੀਸਰਾ ਮਹੱਤਵਪੂਰਨ ਹਿੱਸਾ ਜਿਹੜਾ ਇਹਦਾ ਹੈ ਉਹ ਸਾਡਾ ਬੈਲਟ ਯੂਨਿਟ ਆ। ਬੈਲਟ ਯੂਨਿਟ ਦੇ ਵਿੱਚ ਸਾਡੇ ਜਿਹੜੇ ਕੈਂਡੀਡੇਟ ਆ ਉਹਦਾ ਨਾਂ, ਸੀਰੀਅਲ ਨੰਬਰ ਤੇ ਸਿੰਬਲ ਆ ਜਿਹੜਾ ਉਹ ਦਿੱਤਾ ਹੁੰਦਾ, ਔਰ ਜਿਹੜੇ ਵੀ ਵੋਟਰ ਨੇ ਜਿਹੜੇ ਵੀ ਕੈਂਡੀਡੇਟ ਨੂੰ ਵੋਟ ਪਾਉਣੀ ਹੁੰਦੀ ਉਹਦਾ ਬਟਨ ਉਹਦੇ ਸਾਹਮਣੇ ਦਾ ਪ੍ਰੈਸ ਕਰਕੇ ਵੋਟ ਪਾਉਂਦਾ, ਔਰ ਵੋਟ ਪਾਉਣ ਦੇ ਨਾਲ ਜਿਹੜੀ ਵੋਟ ਆਉਂਦੀ ਉਹ ਕਾਸਟ ਹੁੰਦੀ ਆ। ਆਓ ਹੁਣ ਆਪਾਂ ਜਾਣਦੇ ਹਾਂ ਕਿ ਇਹਨਾਂ ਤਿੰਨਾਂ ਹਿੱਸਿਆਂ ਨੂੰ ਆਪਾਂ ਕਨੈਕਸ਼ਨ ਕਿਵੇਂ ਕਰਨਾ ਹੈ। ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਇਹਨਾਂ ਨੂੰ ਜੋੜਨਾ ਕਿਵੇਂ ਹੈ। ਸਭ ਤੋਂ ਪਹਿਲਾਂ ਇੰਪੋਰਟੈਂਟ ਹਿੱਸਾ ਇਹਦਾ ਜਿਹੜਾ ਉਹ ਹੈਗਾ ਹੈ ਬੈਲਟ ਯੂਨਿਟ। ਸੋ ਆਪਾਂ ਬੈਲਟ ਯੂਨਿਟ ਆ ਜਿਹੜਾ ਇਹਦੇ ਨਾਲ ਇੱਕ ਕਨੈਕਟਰ ਲੱਗਿਆ ਹੋਇਆ ਹੈ। ਇਸ ਕਨੈਕਟਰ ਨੂੰ ਆਪਾਂ VVPAT ਦੇ ਨਾਲ ਜੋੜਨਾ ਹੈ, ਔਰ ਮੇਰੀ ਬੇਨਤੀ ਇਹ ਆ ਕਿ ਇਹਨਾਂ ਦੇ ਕਨੈਕਸ਼ਨ ਕਰਨ ਤੋਂ ਪਹਿਲਾਂ ਆਪਾਂ ਜਿਹੜਾ VVPAT ਆ ਉਹ ਆ ਜਿਹੜਾ ਟਰਾਂਸਪੋਰਟੇਸ਼ਨ ਮੋਡ ਦੇ ਵਿੱਚ ਹੋਣਾ ਚਾਹੀਦਾ। ਇਸ ਤਰ੍ਹਾਂ ਮੈਂ ਤੁਹਾਨੂੰ ਦਿਖਾਉਣਾ ਹੈ। ਇਹਦੇ ਪਿੱਛੇ ਇਹ ਨੌਬ ਲੱਗੀ ਹੋਈ ਹੈ। ਇਹ ਨੌਬ ਨੂੰ ਜੇ ਆਪਾਂ ਹੌਰੀਜ਼ੈਂਟਲ ਪੋਜੀਸ਼ਨ ਦੇ ਵਿੱਚ ਕਰਾਂਗੇ ਤਾਂ ਇਹ ਟਰਾਂਸਪੋਰਟੇਸ਼ਨ ਮੋਡ ਦੇ ਵਿੱਚ ਆ, ਯਾਨੀ ਕਿ ਜਦੋਂ ਆਪਾਂ ਕਨੈਕਸ਼ਨ ਕਰਨੇ ਆ ਤਾਂ ਇਹ ਟਰਾਂਸਪੋਰਟੇਸ਼ਨ ਮੋਡ ਦੇ ਵਿੱਚ ਚਾਹੀਦੀ ਆ VVPAT। ਔਰ ਜਿਹੜਾ ਸਾਡਾ ਕੰਟਰੋਲ ਯੂਨਿਟ ਆ ਉਹਦੀ ਜਿਹੜੀ ਸਵਿਚ ਆ ਬੈਕ ਦੇ ਉੱਤੇ ਸਵਿਚ ਲੱਗੀ ਹੋਈ ਆ, ਇਹ ਨੀਚੇ ਨੂੰ ਆਫ ਹੁੰਦੀ ਆ, ਇਹ ਆਫ ਪੋਜੀਸ਼ਨ ਦੇ ਵਿੱਚ ਚਾਹੀਦੀ ਆ। ਯਾਨੀ ਇਹ ਜਦੋਂ ਵੀ ਕਨੈਕਸ਼ਨ ਕਰਨੇ ਆ ਤਾਂ ਜਿਹੜੀ ਸਾਡੀ ਮਸ਼ੀਨ ਆ ਇਹ ਆਫ ਪੋਜੀਸ਼ਨ ਦੇ ਵਿੱਚ ਚਾਹੀਦੀ ਆ। ਹੁਣ ਆਪਾਂ ਇਹਦੇ ਕਨੈਕਸ਼ਨ ਕਰਨੇ ਆ। ਸੋ ਜਿਹੜਾ ਆਪਣਾ ਬੈਲਟ ਯੂਨਿਟ ਦੀ ਜਿਹੜੀ ਕਨੈਕਟਰ ਆ ਉਹਨੂੰ ਆਪਾਂ VVPAT ਦੇ ਨਾਲ ਜੋੜਨਾ। ਇਹਦਾ ਉੱਪਰ ਕਨੈਕਸ਼ਨ ਦੇ ਲਈ ਇਹਦਾ ਹਿੱਸਾ ਬਣਿਆ ਰੈੱਡ ਨੂੰ ਰੈੱਡ ਦੇ ਨਾਲ, ਬਲੈਕ ਨੂੰ ਬਲੈਕ ਦੇ ਨਾਲ। ਇਸ ਤਰ੍ਹਾਂ ਆਪਾਂ ਇਹਨੂੰ ਲੈਚਸ ਨੂੰ ਫੜ ਕੇ ਇਹਨੂੰ ਇਹ ਇਸ ਤਰ੍ਹਾਂ ਜੋੜ ਦੇਣਾ। ਇਹਦੇ ਨਾਲ ਕਨੈਕਸ਼ਨ ਹੋ ਗਿਆ। ਸੋ ਹੁਣ ਆਪਾਂ ਜਿਹੜਾ ਦੂਸਰਾ ਸਾਡਾ ਮਹੱਤਵਪੂਰਨ ਹਿੱਸਾ ਹੈ ਸਾਡਾ ਜਿਹੜਾ VVPAT ਆ, VVPAT ਨੂੰ ਆਪਾਂ ਜੋੜਨਾ ਹੈ ਕੰਟਰੋਲ ਯੂਨਿਟ ਦੇ ਨਾਲ। ਇਹਦੇ ਵਿੱਚ ਵੀ ਕਨੈਕਟਰ ਲੱਗਿਆ ਹੋਇਆ, ਰੈੱਡ ਨੂੰ ਰੈੱਡ ਦੇ ਨਾਲ, ਬਲੈਕ ਨੂੰ ਬਲੈਕ ਦੇ ਨਾਲ। ਦੇਖੋ ਇਸ ਤਰ੍ਹਾਂ ਇਹਦੇ ਵਿੱਚ ਜਿਹੜੇ ਨਿਸ਼ਾਨ ਲੱਗੇ ਹੋਏ ਆ। ਇਸ ਤਰ੍ਹਾਂ ਆਪਾਂ ਇਹਦਾ ਕਨੈਕਸ਼ਨ ਕਰ ਦੇਣਾ। ਇਹਦਾ ਕਰਕੇ ਇਹਦਾ ਕਨੈਕਸ਼ਨ ਹੋ ਗਿਆ। ਸੋਹਣੇ ਸਾਰਿਆਂ ਦੇ ਕਨੈਕਸ਼ਨ ਹੋ ਗਏ। ਹੁਣ ਆਪਾਂ ਇਹਨੂੰ ਔਨ ਕਰਨਾ ਹੈ। ਸਭ ਤੋਂ ਪਹਿਲਾਂ ਆਪਾਂ VVPAT ਆ ਜਿਹੜਾ ਉਹਨੂੰ ਔਨ ਕਰਨਾ। ਜਿਹੜਾ ਪਿਛਲੇ ਪਾਸੇ ਬੈਕ ਨੌਬ ਦਿੱਤੀ ਹੋਈ ਆ ਇਹਨੂੰ ਆਪਾਂ ਵਰਟੀਕਲ ਕੰਡੀਸ਼ਨ ਦੇ ਵਿੱਚ ਲੈ ਕੇ ਆਉਣਾ, ਵਰਕਿੰਗ ਕੰਡੀਸ਼ਨ ਦੇ ਵਿੱਚ। ਇਸ ਤਰ੍ਹਾਂ ਕਰਕੇ ਹੁਣ ਇਹ ਵਰਕਿੰਗ ਕੰਡੀਸ਼ਨ ਦੇ ਵਿੱਚ ਆ ਗਈ। ਔਰ ਨਾਲ ਹੀ ਆਪਾਂ ਇਹ ਤੋਂ ਬਾਅਦ VVPAT ਦਾ ਜਿਹੜਾ ਔਨ ਕਰਤਾ ਜਦੋਂ ਆਪਾਂ, ਤੇ ਨਾਲ ਹੀ ਕੰਟਰੋਲ ਯੂਨਿਟ ਆ ਉਹਨੂੰ ਆਪਾਂ ਔਨ ਕਰਨਾ ਇਹ ਇਸ ਤਰ੍ਹਾਂ ਸਵਿਚ ਨੂੰ। ਸੋ ਸਾਡੀ EVM ਆ ਜਿਹੜੀ ਉਹ ਔਨ ਹੋ ਗਈ ਆ, ਜਿਹੜੀ ਰੈੱਡ ਲਾਈਟ ਚੱਲ ਪਈ ਆ। ਜਦੋਂ VVPAT ਔਨ ਹੋਊਗੀ ਤਾਂ VVPAT ਔਨ ਹੋਣ ਦੇ ਨਾਲ ਕੰਟਰੋਲ ਯੂਨਿਟ ਔਨ ਹੋਣ ਤੋਂ ਬਾਅਦ VVPAT ਦੇ ਵਿੱਚੋਂ 7 ਸਲਿੱਪਾਂ ਜਿਹੜੀਆਂ ਇਹਦੇ ਡ੍ਰੌਪ ਬਾਕਸ ਦੇ ਵਿੱਚ ਡਿੱਗਣਗੀਆਂ। ਇਹਦਾ ਇਸ ਸਾਈਡ ਦੇ ਉੱਤੇ ਡ੍ਰੌਪ ਬਾਕਸ ਆ। ਇਸ ਡ੍ਰੌਪ ਬਾਕਸ ਦੇ ਵਿੱਚ 7 ਸਲਿੱਪਾਂ ਇਹਦੀਆਂ ਡਿੱਗਣਗੀਆਂ, ਜਿਹੜੀਆਂ ਕਿ ਦੱਸਣਗੀਆਂ ਕਿ VVPAT ਦਾ ਸੀਰੀਅਲ ਨੰਬਰ ਕੀ ਆ, ਔਰ ਇਹਦੇ ਵਿੱਚ ਵੱਖੋ ਵੱਖਰੇ ਜਿਹੜੇ ਸੈਂਸਰ ਲੱਗੇ ਹੋਏ ਆ ਉਹਨਾਂ ਦੀ ਪੋਜੀਸ਼ਨ ਕੀ ਆ। ਜਦੋਂ ਇਹ ਸਾਡੇ ਕੰਟਰੋਲ ਯੂਨਿਟ ਨੇ ਸਾਡੇ VVPAT ਨੂੰ ਐਨਾਲਾਈਜ਼ ਕਰਨਾ ਹੈ ਕਿ ਇਹਦੇ ਸੈਂਸਰਾਂ ਦੀ ਪੋਜੀਸ਼ਨ ਕੀ ਆ, ਕੀ ਇਹ ਸਾਡਾ VVPAT ਠੀਕ ਆ, ਸਾਡੀ ਮਸ਼ੀਨ ਠੀਕ ਆ, ਤਾਂ ਉਸ ਤੋਂ ਬਾਅਦ ਜਿਹੜੀ ਸਾਡੀ ਇਹ EVM ਹੈ ਵਰਕਿੰਗ ਕੰਡੀਸ਼ਨ ਦੇ ਵਿੱਚ ਆ ਜਾਊਗੀ। ਔਰ ਲਾਸਟ ਦੇ ਉੱਤੇ ਆ ਜਾਂਦਾ ਹੁੰਦਾ ਉਸ ਤੋਂ ਬਾਅਦ ਕਿ EVM ਇਜ਼ ਰੈਡੀ, ਮਤਲਬ ਕਿ ਉਦੋਂ ਬਾਅਦ ਜਿਹੜੀ EVM ਆ ਸਾਡੀ ਉਹ ਵੋਟਾਂ ਪਾਉਣ ਦੇ ਲਈ ਰੈਡੀ ਆ। ਔਰ ਨਾਲ ਹੀ ਇਹ ਦੱਸੂਗੀ ਕਿ ਇਹਦੇ ਵਿੱਚ ਕੈਂਡੀਡੇਟ ਕਿੰਨੇ ਸੈੱਟ ਕੀਤੇ ਗਏ ਉਸ ਤੋਂ ਪਹਿਲਾਂ, ਔਰ ਕੈਂਡੀਡੇਟ ਦੇ ਨਾਲ ਇਹਦਾ ਟਾਈਮ ਕੀ ਆ, ਡੇਟ ਕੀ ਆ, ਸਾਰਾ ਕੁਝ ਇਹ ਜਿਹੜੀ ਸਾਡੀ ਡਿਸਪਲੇ ਯੂਨਿਟ ਆ ਉਹਦੇ ਵਿੱਚ ਇਹਦਾ ਸੀਰੀਅਲ ਨੰਬਰ ਕੀ ਆ, ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਸਾਡੀ ਕੰਟਰੋਲ ਯੂਨਿਟ ਦੇ ਵਿੱਚ ਆਉਂਦੀ ਹੈਗੀ ਆ। ਉਸ ਤੋਂ ਬਾਅਦ ਜਿਹੜੀ ਆਪਾਂ ਮੌਕ ਪੋਲ ਜਿਹੜੀ ਆਪਾਂ ਸੱਦ ਕੇ ਉਹ ਸਟਾਰਟ ਕਰਨੀ ਆ ਜਦੋਂ ਸਾਡੀ EVM ਰੈਡੀ ਹੋ ਜਾਂਦੀ ਹੈ। ਜਦੋਂ ਆਪਾਂ ਹੁਣ ਮਸ਼ੀਨ ਦੇ ਸਾਡੇ EVM ਦੇ ਕਨੈਕਸ਼ਨ ਕਰਤੇ, ਤਿੰਨੇ ਹਿੱਸਿਆਂ ਨੂੰ ਆਪਸ ਦੇ ਵਿੱਚ ਜੋੜਤਾ, ਤਾਂ ਹੁਣ ਆਪਾਂ ਇਹਦਾ ਮੌਕ ਪੋਲ ਕਰਨਾ, ਯਾਨੀ ਕਿ ਫਰਜ਼ੀ ਮਤਦਾਨ ਆ। ਫਰਜ਼ੀ ਮਤਦਾਨ ਮੌਕ ਪੋਲ ਜਿਹੜਾ ਪੋਲਿੰਗ ਵਾਲੇ ਦਿਨ ਘੱਟੋ ਘੱਟ ਜਦੋਂ ਤੁਹਾਡਾ ਟਾਈਮ ਦਿੱਤਾ ਗਿਆ ਹੋਊਗਾ ਕਿ ਵੋਟਾਂ ਤੁਹਾਡੀਆਂ ਕਿੰਨੇ ਵਜੇ ਸ਼ੁਰੂ ਹੋਣੀਆਂ, ਉਦੋਂ 1 ਘੰਟਾ ਪਹਿਲਾਂ ਤੁਸੀਂ ਮਿਨੀਮਮ ਜਿਹੜੀ ਆ ਉਹ ਮੌਕ ਪੋਲ ਕਰਨੀ ਆ। ਔਰ ਮੌਕ ਪੋਲ ਕਰਨ ਦੇ ਲਈ ਇੱਕ ਕੰਡੀਸ਼ਨ ਇਹ ਵੀ ਆ ਕਿ ਜਿੰਨੇ ਵੀ ਕੈਂਡੀਡੇਟ ਤੁਹਾਡੇ ਸੈੱਟ ਹੋਏ ਵੀ ਹੋਣਗੇ ਉਸ ਕੰਸਟੀਚੁਐਂਸੀ ਦੇ ਵਿੱਚ, ਘੱਟੋ ਘੱਟ 3 ਵੋਟਾਂ ਹਰ ਕੈਂਡੀਡੇਟ ਨੂੰ ਪਾਉਣੀਆਂ ਜ਼ਰੂਰੀ ਆ, ਔਰ ਮਿਨੀਮਮ 50 ਵੋਟਾਂ ਪਾਉਣੀਆਂ ਜਿਹੜੀਆਂ ਉਹ ਜ਼ਰੂਰੀ ਆ। ਇਹਦੇ ਲਈ ਮੇਰੀ ਬੇਨਤੀ ਹੈ ਕਿ ਤੁਸੀਂ ਸਾਰੇ ਪੋਲਿੰਗ ਏਜੰਟਸ ਨੂੰ ਸਮੇਂ ਸਿਰ ਜਿਹੜੀ ਆ ਇਨਫੋਰਮੇਸ਼ਨ ਦੇ ਦੇਣੀ ਆ, ਔਰ ਜਦੋਂ ਉਹ ਪੋਲਿੰਗ ਏਜੰਟ ਆ ਜਿਹੜੇ ਤੁਹਾਡੇ ਕੋਲੇ ਆ ਗਏ ਤਾਂ ਤੁਸੀਂ ਇੱਕ ਡਾਇਰੀ ਲਾ ਲੈਣੀ ਆ। ਉਸ ਡਾਇਰੀ ਦੇ ਵਿੱਚ ਸਾਰੇ ਕੈਂਡੀਡੇਟਸ ਦੇ ਜਿਹੜੇ ਪੋਲਿੰਗ ਏਜੰਟ ਹੋਣਗੇ ਉਹਨਾਂ ਨੂੰ ਕਹਿਣਾ ਕਿ ਤੁਸੀਂ ਆਪੋ ਆਪਣੇ
ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਵੋਟਾਂ ਪਾਓ ਔਰ ਵੋਟਾਂ ਪਾ ਕੇ ਤੁਸੀਂ ਚੈੱਕ ਕਰ ਸਕਦੇ ਹੋ। ਔਰ ਇਹਦੇ ਵਿੱਚ ਤੁਸੀਂ ਇਹ ਗੱਲ ਨੋਟ ਕਰਨੀ ਹੈ ਇਸ ਡਾਇਰੀ ਦੇ ਵਿੱਚ ਕਿ ਕਿਹੜਾ ਕੈਂਡੀਡੇਟ ਜੋ ਤੁਸੀਂ ਇਸ ਬੈਲਟ ਯੂਨਿਟ ਨੂੰ ਪ੍ਰੈਸ ਕਰੋਗੇ, ਜਿਵੇਂ ਦਿਖਾਇਆ ਗਿਆ ਇਸ ਬੈਲਟ ਯੂਨਿਟ ਨੂੰ ਪ੍ਰੈਸ ਕੀਤਾ ਤਾਂ ਕੰਟਰੋਲ ਯੂਨਿਟ ਦਾ ਜਿਹੜਾ ਬਿਜ਼ੀ ਲੈਂਪ ਆ ਉਹ ਨਾਲ ਦੀ ਨਾਲ ਹੀ ਆਨ ਹੋ ਜਾਏਗਾ, ਰੈੱਡ ਰੰਗ ਦਾ ਹੋ ਜਾਏਗਾ। ਔਰ ਨਾਲ ਦੀ ਨਾਲ ਹੀ ਜਿਹੜਾ ਇਸ ਇਧਰਲੇ ਪਾਸੇ ਜਿਹੜਾ ਸਾਡਾ ਬੈਲਟ ਯੂਨਿਟ ਆ ਉਹਦਾ ਜਿਹੜਾ ਗ੍ਰੀਨ ਕਲਰ ਦਾ ਲੈਂਪ ਆ ਉਹ ਆਨ ਹੋ ਜਾਏਗਾ। ਜੋ ਤੁਸੀਂ ਉਸ ਕੈਂਡੀਡੇਟ ਨੂੰ ਕੋਈ ਵੀ ਪੋਲਿੰਗ ਏਜੰਟ ਵੋਟ ਪਾਏਗਾ ਤਾਂ ਇਹਦਾ ਜਿਹੜਾ ਰੈੱਡ ਲੈਂਪ ਆ ਇਹ ਆਨ ਹੋ ਜਾਏਗਾ। ਇਧਰੋਂ ਜਿਹੜੀ ਸਾਡੀ ਡਿਸਪਲੇ ਯੂਨਿਟ ਆ ਉਹਦੇ ਵਿੱਚ ਪਤਾ ਲੱਗ ਜਾਏਗਾ ਕਿ ਉਸ ਕੈਂਡੀਡੇਟ ਨੇ, ਉਸ ਪੋਲਿੰਗ ਏਜੰਟ ਨੇ ਕਿਹੜੇ ਕੈਂਡੀਡੇਟ ਨੂੰ ਵੋਟ ਪਾਈ ਆ ਔਰ ਉਹਦਾ ਜਿਹੜਾ ਨਿਸ਼ਾਨ ਆ ਔਰ ਜਿਹੜਾ ਸੀਰੀਅਲ ਨੰਬਰ ਆ ਔਰ ਉਹਦਾ ਨਾਮ ਹੈ। 7 ਸਕਿੰਟਾਂ ਦੇ ਲਈ ਡਿਸਪਲੇ ਯੂਨਿਟ ਦੇ ਵਿੱਚ ਇਸ ਤਰ੍ਹਾਂ ਰਹਿ ਗਏ ਔਰ 7 ਸਕਿੰਟਾਂ ਤੋਂ ਬਾਅਦ ਪਰਚੀ ਨੀਚੇ ਡਿੱਗ ਪਏਗੀ। ਔਰ ਜਿਹੜੀ ਇਸ ਕੰਟਰੋਲ ਯੂਨਿਟ ਦੇ ਵਿੱਚ ਕਿ ਲੰਬੀ ਬੀਪ ਆ ਜਿਹੜੀ, ਜਿੰਨਾ ਚਿਰ ਵੋਟ ਕਾਸਟ ਨਹੀਂ ਹੁੰਦੀ ਜਾਂ ਵੋਟ ਕਾਸਟ ਹੋ ਰਹੀ ਆ ਉਹਨਾਂ ਚਿਰ ਲੰਬੀ ਬੀਪ ਆ ਜਿਹੜੀ ਉਹ ਆਉਂਦੀ ਰਹੇਗੀ। ਇਸੇ ਤਰ੍ਹਾਂ ਤੁਸੀਂ ਇਹਨਾਂ ਦੇ ਪੋਲਿੰਗ ਏਜੰਟ ਆ ਜਿਹੜੇ ਜਿੰਨੀਆਂ ਵੋਟਾਂ ਪਾਉਣਗੇ ਉਹਨਾਂ ਨੂੰ ਤੁਸੀਂ ਨੋਟ ਕਰਦੇ ਜਾਣਾ ਕਾਗਜ਼ ਦੇ ਉੱਤੇ। ਫਿਰ ਇਸ ਤੋਂ ਬਾਅਦ ਫਿਰ ਦੁਬਾਰਾ ਨੈਕਸਟ ਤੁਸੀਂ ਉਹਦੇ ਜਿਹੜਾ ਹੈਗਾ ਬੈਲਟ ਯੂਨਿਟ ਇਸ਼ੂ ਕੀਤਾ, ਅਗਲਾ ਪੋਲਿੰਗ ਏਜੰਟ ਆਇਆ, ਫਿਰ ਬਿਜ਼ੀ ਲੈਂਪ ਆਨ ਹੋ ਗਿਆ, ਉਹਨੇ ਫਿਰ ਨੈਕਸਟ ਨੂੰ ਵੋਟ ਪਾਈ। ਇਸ ਤਰ੍ਹਾਂ ਕਰਦੇ ਕਰਦੇ ਜਿਹੜਾ ਤੁਹਾਡੀਆਂ 50 ਵੋਟਾਂ ਜਿਹੜੀਆਂ ਜਦੋਂ ਪੈ ਗਈਆਂ ਤਾਂ ਤੁਸੀਂ ਇਹ ਡਾਟਾ ਨੋਟ ਕਰ ਲਿਆ ਕਿ ਉਹਨਾਂ ਨੇ 50 ਵੋਟਾਂ ਜਿਹੜੀਆਂ ਕਿਹੜੇ ਕੈਂਡੀਡੇਟਸ ਨੂੰ ਪਾਈਆਂ। ਔਰ ਉਸ ਤੋਂ ਬਾਅਦ ਆਪਾਂ ਜਿਹੜਾ ਇਹਦਾ ਮੌਕ ਪੋਲ ਦਾ ਜਿਹੜਾ ਰਿਜ਼ਲਟ ਲੈਣਾ। ਸੋ ਰਿਜ਼ਲਟ ਲੈਣ ਦੇ ਲਈ ਜਦੋਂ ਇਹ ਵੋਟਾਂ ਪੈ ਗਈਆਂ ਤਾਂ ਰਿਜ਼ਲਟ ਲੈਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਜਿਹੜੀ ਸਾਡੀ ਈਵੀਐਮ ਆ ਇਹਨੂੰ ਉੱਪਰਲੇ ਜਿਹੜਾ ਕਵਰ ਆ, ਨੀਚੇ ਵਾਲਾ ਜਿਹੜਾ ਕਵਰ ਆ, ਇਹਨੂੰ ਮਸ਼ੀਨ ਨੂੰ ਆਪਾਂ ਕਲੋਜ਼ ਕਰਾਂਗੇ। ਇਸ ਤਰ੍ਹਾਂ ਇਸ ਬਟਨ ਨੂੰ ਕਲੋਜ਼ ਕਰਤਾ ਔਰ ਈਵੀਐਮ ਦੇ ਵਿੱਚ ਆ ਜਾਏਗਾ ਕਲੋਜ਼ਿੰਗ। ਸੋ ਕਲੋਜ਼ਿੰਗ ਹੋਣ ਤੋਂ ਬਾਅਦ ਜਦੋਂ ਈਵੀਐਮ ਕਲੋਜ਼ ਹੋ ਗਈ ਤਾਂ ਲਾਸਟ ਦੇ ਉੱਤੇ ਆ ਜਾਏਗਾ ਕਿ ਪੋਲ ਕਲੋਜ਼ਡ। ਸੋ ਕਲੋਜ਼ ਕਰਨ ਤੋਂ ਬਾਅਦ ਆਪਾਂ ਰਿਜ਼ਲਟ ਲੈਣਾ ਹੈ। ਸੋ ਫਿਰ ਰਿਜ਼ਲਟ ਲੈਣ ਦੇ ਲਈ ਆਪਾਂ ਜਿਹੜਾ ਰਿਜ਼ਲਟ ਸੈਕਸ਼ਨ ਖੋਲ ਕੇ ਇਹ ਰਿਜ਼ਲਟ ਪ੍ਰੈਸ ਕਰਾਂਗੇ। ਰਿਜ਼ਲਟ ਪ੍ਰੈਸ ਕੀਤਾ ਤਾਂ ਸਾਰੇ ਕੈਂਡੀਡੇਟ ਜਿੰਨੇ ਵੀ ਸੈੱਟ ਹੋਣਗੇ ਕੰਪਿਊਟਿੰਗ ਰਿਜ਼ਲਟ ਆ ਜਿਹੜਾ ਉਹ ਆ ਜਾਏਗਾ। ਔਰ ਇਹਦਾ ਜਿਹੜਾ ਰਿਜ਼ਲਟ ਆ ਕਿ ਪਹਿਲੇ ਕੈਂਡੀਡੇਟ ਨੂੰ ਕਿੰਨੀਆਂ ਵੋਟਾਂ ਪਈਆਂ, ਦੂਸਰੇ ਨੂੰ ਕਿੰਨੀਆਂ ਪਈਆਂ, ਤੀਸਰੇ ਨੂੰ ਕਿੰਨੀਆਂ ਪਈਆਂ, ਚੌਥੇ ਨੂੰ ਕਿੰਨੀਆਂ ਪਈਆਂ, ਇਹ ਰਿਜ਼ਲਟ ਆ ਜਾਣਾ। ਔਰ ਸਾਡੇ ਜਿਹੜੇ ਪ੍ਰੈਜ਼ਾਈਡਿੰਗ ਆਫੀਸਰ ਸਾਹਿਬਾਨ ਆ ਇਸ ਰਿਜ਼ਲਟ ਨੂੰ ਜਿਹੜਾ ਇਸ ਕੰਟਰੋਲ ਯੂਨਿਟ ਦੇ ਵਿੱਚ ਆਇਆ ਇਹਨੂੰ ਇੱਕ ਸੈਪਰੇਟ ਸ਼ੀਟ ਦੇ ਉੱਤੇ ਨੋਟ ਕਰਨਗੇ ਕਿ ਕਿਹੜੇ ਕੈਂਡੀਡੇਟ ਨੂੰ ਕਿੰਨੀਆਂ ਵੋਟਾਂ ਪਈਆਂ। ਜਦੋਂ ਇਹ ਰਿਜ਼ਲਟ ਲੈ ਲਿਆ ਤਾਂ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਇਹ ਜਿਹੜਾ ਵੀਵੀਪੈਟ ਆ ਇਹਦੇ ਡਰਾਪ ਬਾਕਸ ਨੂੰ ਖੋਲ ਲੈਣਾ। ਇਹਦੇ ਡਰਾਪ ਬਾਕਸ ਦੇ ਵਿੱਚ ਜਿੰਨੀਆਂ ਵੀ ਸਲਿੱਪਾਂ ਹੈਗੀਆਂ ਉਹ ਬਾਹਰ ਕੱਢ ਲੈਣੀਆਂ ਔਰ ਇਹ ਸਾਰੀਆਂ ਸਲਿੱਪਾਂ ਤੁਸੀਂ ਬਾਹਰ ਕੱਢ ਕੇ ਇਹਨਾਂ ਦੇ ਵਿੱਚ 7 ਸਲਿੱਪਾਂ ਜਿਹੜੀਆਂ ਹੋਣਗੀਆਂ ਉਹਦਾ ਡਰਾਪ ਬਾਕਸ ਦੇ ਵਿੱਚ ਡਿੱਗੀਆਂ ਹੋਣਗੀਆਂ ਜਿਹੜੀਆਂ ਵੀਵੀਪੈਟ ਨੇ ਆਪਦੀ ਇਨਫੋਰਮੇਸ਼ਨ ਦਿੱਤੀ ਹੋਊਗੀ ਕਿ ਇਹਦੇ ਸੈਂਸਰ ਕਿਸ ਤਰ੍ਹਾਂ ਦੇ ਕੰਮ ਕਰਦੇ ਆ, ਇਹਦਾ ਸੀਰੀਅਲ ਨੰਬਰ ਕੀ ਆ। ਉਹ ਸਲਿੱਪਾਂ ਤੁਸੀਂ ਅਲੱਗ ਕਰ ਲੈਣੀਆਂ ਤੇ ਜਿਹੜੀਆਂ ਤੁਹਾਡੇ ਕੈਂਡੀਡੇਟ ਵਾਈਜ਼ ਜਿਹੜੀਆਂ ਸਿੰਬਲ ਅਨੁਸਾਰ ਉਹਨਾਂ ਦੇ ਨਾਂ ਕੀ ਆ ਉਹਨਾਂ ਨੂੰ ਤੁਸੀਂ ਅਲੱਗ ਢੇਰੀਆਂ ਬਣਾ ਲੈਣੀਆਂ। ਸੋ ਹੁਣ ਤੁਹਾਡੇ ਕੋਲੇ 3 ਤਰ੍ਹਾਂ ਦਾ ਡਾਟਾ ਆ ਗਿਆ। ਇਹ ਜਿਹੜਾ ਤੀਜਾ ਡਾਟਾ ਇਹਨੂੰ ਵੀ ਕਾਗਜ਼ ਤੇ ਨੋਟ ਕਰ ਲੈਣਾ ਕਿ ਵੀਵੀਪੈਟ ਦੇ ਅਨੁਸਾਰ ਕਿਹੜੇ ਕੈਂਡੀਡੇਟ ਨੂੰ ਕਿੰਨੀਆਂ ਵੋਟਾਂ ਪਈਆਂ। ਹੁਣ ਤੁਹਾਡੇ ਕੋਲੇ 3 ਤਰ੍ਹਾਂ ਦਾ ਡਾਟਾ ਆ ਗਿਆ ਕਿ ਪਹਿਲਾ ਡਾਟਾ ਤਾਂ ਕਿ ਜਿਹੜੇ ਪੋਲਿੰਗ ਏਜੰਟ ਸੀ ਉਹਨਾਂ ਨੇ ਕਿਹੜੇ ਕੈਂਡੀਡੇਟ ਨੂੰ ਕਿੰਨੀਆਂ ਵੋਟਾਂ ਪਾਈਆਂ ਸਾਡੇ ਬੈਲਟ ਯੂਨਿਟ ਦੇ ਅਨੁਸਾਰ। ਦੂਸਰਾ ਡਾਟਾ ਆ ਗਿਆ ਤੁਹਾਡਾ ਵੀਵੀਪੈਟ ਦਾ ਕਿ ਇਹਦੇ ਅਨੁਸਾਰ ਕਿਹੜੇ ਕੈਂਡੀਡੇਟ ਨੂੰ ਕਿੰਨੀਆਂ ਵੋਟਾਂ ਪਈਆਂ ਜੇ ਤੁਸੀਂ ਅਲੱਗ ਕਰ ਲਈਆਂ। ਤੀਸਰਾ ਡਾਟਾ ਸਾਡਾ ਸੀਗਾ ਜਿਹੜਾ ਸਾਡਾ ਕੰਟਰੋਲ ਯੂਨਿਟ ਅਨੁਸਾਰ ਆ ਗਿਆ ਸੀਗਾ ਕਿ ਕਿਹੜੇ ਕੈਂਡੀਡੇਟ ਨੂੰ ਸਾਡੇ ਕੰਟਰੋਲ ਯੂਨਿਟ ਨੇ ਕਿੰਨੀਆਂ ਵੋਟਾਂ ਜਿਹੜੀਆਂ ਪਾਈਆਂ ਦੱਸੀਆਂ। ਸੋ ਆਪਾਂ ਹੁਣ ਇਹਨਾਂ ਤਿੰਨਾਂ ਜਿਹੜੇ ਸਾਡੇ ਡਾਟੇ ਆ ਇਹਨਾਂ ਨੂੰ ਟੈਲੀ ਕਰਨਾ ਔਰ ਟੈਲੀ ਕਰਕੇ ਅਸੀਂ ਇਹਦਾ ਮੌਕ ਪੋਲ ਸਰਟੀਫਿਕੇਟ ਆ ਜਿਹੜਾ ਉਹ ਭਰਨਾ ਹੈ ਤੇ ਨਾਲ ਦੀ ਨਾਲ ਹੀ ਮੌਕ ਪੋਲ ਸਰਟੀਫਿਕੇਟ ਭਰ ਕੇ ਜਿਹੜੇ ਸਾਡੇ ਉੱਥੇ ਪੋਲਿੰਗ ਏਜੰਟ ਉੱਤੇ ਹਾਜ਼ਰ ਹੋਣਗੇ ਉਹਨਾਂ ਦੇ ਸਿਗਨੇਚਰ ਕਰਵਾਉਣੇ ਆ ਔਰ ਉਹਨਾਂ ਦੀ ਤਸੱਲੀ ਕਰਵਾਉਣੀ ਆ ਕਿ ਸਾਡੀ ਜਿਹੜੀ ਈਵੀਐਮ ਆ ਉਹ ਬਿਲਕੁਲ ਠੀਕ ਠਾਕ ਆ ਔਰ ਇਹਦੇ ਵਿੱਚ ਜਿਹੜੀ ਹੁਣ ਸਾਡੀ ਵਰਕਿੰਗ ਕੰਡੀਸ਼ਨ ਦੇ ਵਿੱਚ ਆ ਇਹਦੇ ਨਾਲ ਹੁਣ ਅਸੀਂ ਐਕਚੁਅਲ ਪੋਲਿੰਗ ਆ ਜਿਹੜੀ ਉਹ ਕਰਵਾ ਸਕਦੇ ਆ। ਔਰ ਮੌਕ ਪੋਲ ਸਰਟੀਫਿਕੇਟ ਦੇ ਉੱਤੇ ਜਿਹੜੀ ਸਾਰੀ ਇਨਫੋਰਮੇਸ਼ਨ ਆਪਾਂ ਜਿਹੜੇ ਪ੍ਰੈਜ਼ਾਈਡਿੰਗ ਆਫੀਸਰ ਆ ਕਿ ਕਿਹੜੇ ਕੈਂਡੀਡੇਟ ਨੂੰ ਕਿੰਨੀਆਂ ਵੋਟਾਂ ਪਈਆਂ ਉਹ ਸਾਰੀ ਦੀ ਸਾਰੀ ਜਿਹੜੀ ਉਹ ਭਰ ਕੇ ਮੌਕ ਪੋਲ ਸਰਟੀਫਿਕੇਟ ਆ ਜਿਹੜਾ ਉਹ ਤਿਆਰ ਕਰ ਲੈਣਾ। ਸੋ ਇਹ ਤਿਆਰ ਕਰਨ ਤੋਂ ਬਾਅਦ ਜਿਹੜੀਆਂ ਆਹ ਸਲਿੱਪਾਂ ਜਿਹੜੀਆਂ ਤੁਸੀਂ 57 ਸਲਿੱਪਾਂ ਕੱਢੀਆਂ ਇਹਨਾਂ ਸਾਰੀਆਂ 57 ਸਲਿੱਪਾਂ ਦੇ ਪਿਛਲੇ ਪਾਸੇ ਤੁਹਾਨੂੰ ਇੱਕ ਸਟੈਂਪ ਦਿੱਤੀ ਜਾਊਗੀ ਮੌਕ ਪੋਲ ਸਲਿੱਪਸ ਨਾਂ ਦੀ। ਉਹਨਾਂ ਸਾਰੀਆਂ ਸਲਿੱਪਾਂ ਨੂੰ ਉੱਤੇ ਮੌਕ ਪੋਲ ਸਲਿੱਪਸ ਵਾਲੀ ਜਿਹੜੀ ਸਟੈਂਪ ਆ ਉਹ ਲਾ ਕੇ 57 ਦੀਆਂ 57 ਨੂੰ ਇਸ ਤਰ੍ਹਾਂ ਦਾ ਤੁਹਾਡੇ ਕੋਲ ਇੱਕ ਬਲੈਕ ਐਨਵੈਲਪ ਹੋਏਗਾ ਜਿਹਦੇ ਉੱਤੇ ਤੁਹਾਡੀ ਕਨਸਟੀਟੂਐਂਸੀ ਦਾ ਨਾਂ ਤੇ ਪੋਲਿੰਗ ਸਟੇਸ਼ਨ ਦਾ ਨਾਂ ਸਾਰੀ ਇਨਫੋਰਮੇਸ਼ਨ ਲਿਖੀ ਹੋਗੀ। ਉਹਨਾਂ ਸਾਰੀਆਂ ਸਲਿੱਪਾਂ ਨੂੰ ਇਸ ਬਲੈਕ ਬਾਕਸ ਦੇ ਵਿੱਚ ਪਾ ਕੇ ਇਹਨੂੰ ਗਮ ਲਾ ਕੇ ਉਸ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਦੇ ਇੱਕ ਬਲੈਕ ਬਾਕਸ ਹੋਏਗਾ ਤੁਹਾਡੇ ਕੋਲੇ ਪਲਾਸਟਿਕ ਦਾ। ਇਸ ਬਾਕਸ ਦੇ ਉੱਪਰ ਵੀ ਇਨਫੋਰਮੇਸ਼ਨ ਲਿਖੀ ਹੋਏਗੀ ਕਿ ਤੁਹਾਡੀ ਕਨਸਟੀਟੂਐਂਸੀ ਕੀ ਆ, ਤੁਹਾਡਾ ਪੋਲਿੰਗ ਸਟੇਸ਼ਨ ਜਿਹੜਾ ਨੰਬਰ ਕਿੰਨਾ ਹੈ। ਇਸ ਜਿਹੜਾ ਬਲੈਕ ਐਨਵੈਲਪ ਆ ਇਹਨੂੰ ਇਸ ਬਾਕਸ ਦੇ ਵਿੱਚ ਪਾ ਕੇ ਇਹ ਜਿਹੜੀ ਪਿੰਕ ਪੇਪਰ ਸੀਲ ਆ ਇਸ ਪਿੰਕ ਪੇਪਰ ਸੀਲ ਤੁਹਾਨੂੰ ਦਿੱਤੀ ਜਾਊਗੀ। ਇਹਦਾ ਸੀਰੀਅਲ ਨੰਬਰ ਤੁਸੀਂ ਨੋਟ ਕਰ ਲੈਣਾ ਕਿ ਕਿਹੜੀ ਜਿਹੜੀ ਪਿੰਕ ਪੇਪਰ ਸੀਲ ਆ ਤੁਸੀਂ ਯੂਜ਼ ਕਰ ਰਹੇ ਹੋ। ਇਹਨੂੰ ਜਿਹੜੀ ਸੀਲ ਆ ਇਹਨੂੰ ਲਾ ਕੇ ਤੁਸੀਂ
इस तरह गम के नाल ला के साइड ते रख लेना। और जो तुहाडी स्टैचरी जिहड़ी तुहाडी स्ट्रोंग रूम दे विच जाऊगी ईवीएम दे नाल, ये ब्लैक जिहड़ा बॉक्स आ प्लास्टिक दा स्टैचरी दे नाल स्ट्रोंग रूम दे विच जाऊगा। सो इहदे नाल मेरी ये इंश्योर करना है कि इस तो बाद जो तुसीं इहदा रिजल्ट भी लै लिया, कैंਡੀਡੇਟ दे नोट भी कर लए, उस तो बाद तुसीं ये जिहड़ी ईवीएम आ इहनूं क्लीयर करना बहुत जरूरी है। सो रिजल्ट लैण तो बाद तुसीं क्लीयर करना, क्लीयर का जिहड़ा बटन आ उहनूं प्रेस करना है। सो क्लीयर करने तो बाद ये आ जाऊगा कि सारे कैंਡੀਡੇਟਸ दी जिहड़ियां वोटां जिहड़ा डाटा है वो डिलीट हो जाना तुहाडे कंट्रोल यूनिट दे विचों। हुण ये हो जाना कि पहले कैंਡੀਡੇਟ नूं जिहड़ी वोट आ वो भी 0, दूसरे नूं भी 0, तीसरे नूं भी 0, चौथे नूं भी 0। हुण तुसीं जिहड़ा ड्रॉप बॉक्स आ जिहड़ियां इहदियां स्लिपां जिहड़ियां इस ब्लैक एनवैलप दे विच पातीआं, उस तो बाद तुसीं ये जिहड़ा ड्रॉप बॉक्स आ बिल्कुल जिहड़ा खाली इहदे विच कोई भी स्लिप आ जिहड़ी वो चाहीदी नहीं। और जिहड़े इत्थे हाਜ਼ਰ पोलिंग ਏਜੰਟ उन्हां नूं दिखा देना कि इहदे विच हुण भाई कोई स्लिप नहीं। उस तो बाद तुसीं इस ड्रॉप बॉक्स नूं इधरले पासे जो जिहड़ी ईवीएम वो भी क्लीयर होगी। ड्रॉप बॉक्स नूं तुसीं इस तरह के 2 एड्रैस टैग लैके लाख दे नाल जिहड़े साइड दे उत्ते दे स्टाक बने हुए आ, इस तरह धागिਆਂ ਦੇ ਨਾਲ ਜਿਹੜਾ ਹੈਗਾ ਇਹਨੂੰ धागे नॉट बन के सील कर देना ड्रॉप बॉक्स ਨੂੰ। सो इस तरह ਤੁਹਾਡਾ ड्रॉप बॉक्स भी खाली ਤੇ ਜਿਹੜੀ ईवीएम ਆ ਤੁਹਾਡੀ ਇਹਦੇ ਵਿੱਚੋਂ ਵੀ ਜਿਹੜਾ ਤੁਸੀਂ ਰਿਜ਼ਲਟ ਆ ਜਿਹੜਾ ਉਹ ਕਲੀਅਰ ਕਰਤਾ। ਔਰ ਹੁਣ ਜਿਹੜੀ ਸਾਡੀ ਜਿਹੜੀ ਪੋਲਿੰਗ ਆ ਐਕਚੁਅਲ ਪੋਲਿੰਗ ਦੇ ਲਈ ਮਸ਼ੀਨ ਆ ਜਿਹੜੀ ਈਵੀਐਮ ਆ ਸੀ ਉਹਦੀ ਸੀਲਿੰਗ ਕਰਨੀ ਆ ਕਿ ਉਹਦੀ ਸੀਲਿੰਗ ਆ ਜਿਹੜੀ ਐਕਚੁਅਲ ਪੋਲਿੰਗ ਦੇ ਲਈ ਕਿਵੇਂ ਕਰੀਏ। ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਹਿਲੀਆਂ ਚੋਣਾਂ ਦੇ ਦਰਮਿਆਨ ਅਸੀਂ ਸਾਡਾ ਜਿਹੜਾ ਕੰਟਰੋਲ ਯੂਨਿਟ ਹੁੰਦਾ ਸੀ ਉਹਨੂੰ ਅਸੀਂ 2 ਤਰ੍ਹਾਂ ਦੀਆਂ ਸੀਲਾਂ ਦੇ ਨਾਲ ਸੀਲ ਕਰਦੇ ਹੁੰਦੇ ਸੀ। ਇੱਕ ਸੀਲ ਹੁੰਦੀ ਸੀ ABCD ਨਾਂ ਦੀ ਸਟ੍ਰੈਪ ਸੀਲ ਤੇ ਦੂਸਰੀ ਹੁੰਦੀ ਸੀ ਸਾਡੀ ਗ੍ਰੀਨ ਪੇਪਰ ਸੀਲ। ਪਰ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਇਸ ਵਾਰ ABCD ਨਾਂ ਦੀ ਜਿਹੜੀ ਸਟ੍ਰੈਪ ਸੀਲ ਆ ਉਹਦੀ ਵਰਤੋਂ ਨਹੀਂ ਹੋਣੀ। ਉਹਦੀ ਥਾਂ ਦੇ ਉੱਤੇ ਚੋਣ ਕਮਿਸ਼ਨ ਨੇ ਇਸ ਤਰ੍ਹਾਂ ਦੀ ਇੱਕ ਮੋਡੀਫਾਈਡ ਗ੍ਰੀਨ ਪੇਪਰ ਸੀਲ ਆ ਜਿਹੜੀ ਉਹ ਸਾਨੂੰ ਦਿੱਤੀ ਆ। ਇਹਦੇ ਨਾਲ ਅਸੀਂ ਜਿਹੜੀ ਸਾਡੀ ਕੰਟਰੋਲ ਯੂਨਿਟ ਆ ਉਹਨੂੰ ਸੀਲ ਕਰਨਾ। ਇਸ ਮੋਡੀਫਾਈਡ ਗ੍ਰੀਨ ਪੇਪਰ ਸੀਲ ਦੇ ਉੱਤੇ 2 ਤਰ੍ਹਾਂ ਦੇ ਸਾਈਨ ਦਿੱਤੇ ਆ, ਇੱਕ A ਔਰ ਇੱਕ B, ਤੇ 2 ਤਰ੍ਹਾਂ ਦੇ ਰੰਗਦਾਰ ਜਿਹੜੇ ਹੈਗੇ ਸਟਿੱਕਰਾਂ ਦੇ ਰੂਪ ਦੇ ਵਿੱਚ ਦੇ ਸਾਈਨ ਦਿੱਤੇ ਆ, ਇੱਕ ਗ੍ਰੀਨ ਕਲਰ ਦਾ ਔਰ ਇੱਕ ਪਿੰਕ ਕਲਰ ਦਾ। ਸੋ ਸਭ ਤੋਂ ਪਹਿਲਾਂ ਆਪਾਂ ਸੀਲ ਕਰਨ ਦੇ ਲਈ ਸਾਨੂੰ 2 ਚੀਜ਼ਾਂ ਦੀ ਲੋੜ ਪੈਣੀ ਆ। ਇਸ ਤਰ੍ਹਾਂ ਦਾ ਸਾਡਾ ਸਪੈਸ਼ਲ ਟੈਗ, ਇੱਕ ਸਾਡੀ ਇਹ ਮੋਡੀਫਾਈਡ ਗ੍ਰੀਨ ਪੇਪਰ ਸੀਲ ਆ ਜਿਹੜੀ। ਇਹਨਾਂ ਦੇ ਉੱਪਰ ਪਹਿਲਾਂ ਵਾਂਗੂ ਹੀ ਆਪਾਂ ਜਿਹੜਾ ਪ੍ਰੈਜ਼ਾਈਡਿੰਗ ਆਫੀਸਰ ਆ ਦੋਨਾਂ ਦੇ ਉੱਪਰ ਆਪਣੇ ਸਾਈਨ ਕਰੂਗਾ ਔਰ ਪੋਲਿੰਗ ਏਜੰਟਾਂ ਦੇ ਸਾਈਨ ਕਰਵਾਊਗਾ। ਔਰ ਜਿਹੜਾ ਸਪੈਸ਼ਲ ਟੈਗ ਹੈ ਇਹਦੇ ਉੱਤੇ ਕੰਟਰੋਲ ਯੂਨਿਟ ਦਾ ਸੀਰੀਅਲ ਨੰਬਰ ਵੀ ਜਿਹੜਾ ਹੈਗਾ ਨੋਟ ਕਰੂਗਾ। ਸੋ ਆਪਾਂ ਸੀਲਿੰਗ ਕਿਸ ਤਰ੍ਹਾਂ ਕਰਨੀ ਆ? ਸੀਲਿੰਗ ਕਰਨ ਦੇ ਲਈ ਜਿਹੜਾ ਆਪਣਾ ਜਿਹੜਾ ਆ ਸਾਡਾ ਇਨਰ ਕੰਪਾਰਟਮੈਂਟ ਆ, ਜਿਹੜਾ ਰਿਜ਼ਲਟ ਵਾਲਾ ਕੰਪਾਰਟਮੈਂਟ ਆ, ਉਹਦੇ ਵਿੱਚ ਜਿਹੜੀ ਸਾਡੀ ਇਹ ਮੋਡੀਫਾਈਡ ਗ੍ਰੀਨ ਪੇਪਰ ਸੀਲ ਆ ਇਹਨੂੰ ਆਪਾਂ ਇਸ ਤਰ੍ਹਾਂ ਜਿਹੜਾ ਹੈਗਾ ਇਹ ਇਨਸਰਟ ਕਰਨਾ। ਜਿਹੜਾ ਸਾਡਾ ਇਹ ਕੰਪਾਰਟਮੈਂਟ ਹੁੰਦਾ ਇਹ ਵਾਲਾ ਜਿਹੜਾ ਪੋਰਸ਼ਨ ਉਹਨੂੰ ਉੱਪਰ ਨੂੰ ਲੈ ਕੇ ਜਾਣਾ। ਇਸ ਤਰ੍ਹਾਂ ਆਪਾਂ ਇਹਨੂੰ ਅੱਗੇ ਲੈ ਜਾਣਾ। ਔਰ ਜਿਹੜੇ ਸਾਡੇ ਸਰਾਖ ਆ ਇਹਨਾਂ ਦੇ ਵਿੱਚ ਜਿਹੜੇ ਆਹ 2 ਰੰਗ ਦਿੱਤੇ ਹੋਏ ਆ ਗ੍ਰੀਨ ਔਰ ਜਿਹੜਾ ਸਾਡਾ ਪਿੰਕ ਆ ਉਹ ਇਹਨਾਂ ਸਰਾਖਾਂ ਦੇ ਵਿੱਚ ਆਉਣੇ ਚਾਹੀਦੇ। ਯਾਨੀ ਕਿ ਇੱਕ ਰਿਜ਼ਲਟ ਸੈਕਸ਼ਨ ਦੇ ਉੱਪਰ, ਦੂਸਰਾ ਜਿਹੜਾ ਹੈਗਾ ਪ੍ਰਿੰਟ ਜਿਹੜਾ ਸਾਡਾ ਵਾਲਾ ਬਟਨ ਆ ਉਹਦੇ ਉੱਪਰ ਆਉਣਾ ਚਾਹੀਦਾ। ਇਸ ਤਰ੍ਹਾਂ ਆ ਜਾਣਾ। ਉਸ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਸੀਲ ਕਰਕੇ ਤੇ ਜਿਹੜਾ ਇੱਕ ਥ੍ਰੈਡ ਆ ਉਹ ਇਹਨਾਂ ਸਰਾਖਾਂ ਦੇ ਵਿੱਚ ਲੰਘਾ ਕੇ ਇਸ ਨੂੰ ਆਪਾਂ ਜਿਹੜਾ ਕਲੋਜ਼ ਬੰਦ ਕਰ ਦੇਣਾ ਇਸ ਇਨਰ ਕੰਪਾਰਟਮੈਂਟ ਨੂੰ। ਇਨਰ ਕੰਪਾਰਟਮੈਂਟ ਨੂੰ ਬੰਦ ਕਰਨ ਤੋਂ ਬਾਅਦ ਫਿਰ ਜਿਹੜਾ ਸਾਡਾ ਸਪੈਸ਼ਲ ਟੈਗ ਆ ਜਿਵੇਂ ਆਪਾਂ ਪਹਿਲਾਂ ਵਰਤੋਂ ਕਰਦੇ ਹੁੰਦੇ ਆ, ਇਹਨੂੰ ਇੱਕ ਥ੍ਰੈਡ ਦੇ ਵਿੱਚ ਦੀ ਮੋਰੀ ਦੇ ਵਿੱਚ ਦੀ ਲੰਘਾ ਕੇ ਇਸ ਤਰ੍ਹਾਂ ਇੱਥੇ ਗੰਢ ਮਾਰ ਕੇ, ਗੰਢ ਮਾਰਨ ਤੋਂ ਬਾਅਦ ਇਹਨੂੰ ਆਪਾਂ ਦੂਰ ਕਰਕੇ ਲਾਖ ਦੇ ਨਾਲ ਜਿਹੜਾ ਹੈਗਾ ਇੱਥੇ ਸੀਲ ਕਰ ਦੇਣਾ। ਲਾਖ ਲਾ ਕੇ ਇੱਥੇ ਇਸ ਤਰ੍ਹਾਂ ਜਿਹੜਾ ਸਾਡਾ ਸਪੈਸ਼ਲ ਟੈਗ ਆ ਇਹਨੂੰ ਕਲੋਜ਼ ਬਟਨ ਦੇ ਉੱਪਰ ਰੱਖ ਦੇਣਾ। ਔਰ ਉਸ ਤੋਂ ਬਾਅਦ ਜਿਹੜਾ ਸਾਡਾ ਮੇਨ ਕੰਪਾਰਟਮੈਂਟ ਆ ਬਾਹਰੀ ਢੱਕਣ ਆ ਕਲੋਜ਼ ਬਟਨ ਵਾਲਾ, ਇਹਨੂੰ ਆਪਾਂ ਇਸ ਤਰ੍ਹਾਂ ਇਹ ਐ ਬੰਦ ਕਰ ਦੇਣਾ। ਤੇ ਜਿਹੜੀ ਸਾਡੀ ਇਹ ਸਟ੍ਰੈਪ ਸੀਲ ਆ ਉਹਦਾ ਜਿਹੜਾ A ਵਾਲਾ ਹੈ ਉਹਦੇ ਗਮ ਨੂੰ ਉਤਾਰ ਦੇਣਾ। A ਨੂੰ ਜਿਹੜਾ ਹੈਗਾ ਮੇਨ ਕੰਪਾਰਟਮੈਂਟ ਦੇ ਉੱਤੇ ਪੇਸਟ ਕਰ ਦੇਣਾ ਇਸ ਤਰ੍ਹਾਂ। ਉਦੋਂ ਬਾਅਦ B ਦੇ ਉੱਤੋਂ ਗਮ ਉਤਾਰ ਦੇਣੀ ਹੈ ਇਸ ਤਰ੍ਹਾਂ। B ਦੇ ਉੱਤੋਂ ਗਮ ਉਤਾਰ ਕੇ ਇਹਨੂੰ ਆਪਾਂ ਇਸ ਤਰ੍ਹਾਂ ਪੇਸਟ ਕਰ ਦੇਣਾ ਤਾਂ ਜੋ ਜਿਹੜਾ ਸਾਡਾ ਸੀਰੀਅਲ ਨੰਬਰ ਆ ਇਹ ਉੱਪਰ ਵਿਜ਼ੀਬਲ ਹੋ ਜਾਵੇ। ਜਦੋਂ ਇਹ ਸੀਲ ਹੋ ਗਿਆ ਉਦੋਂ ਬਾਅਦ ਜਿਹੜਾ ਸਾਡਾ ਸਾਈਡ ਵਾਲਾ ਕੰਪਾਰਟਮੈਂਟ ਆ ਇਹਨੂੰ ਜਿਹੜਾ ਤੁਹਾਡਾ ਐਡਰੈਸ ਟੈਗ ਆ ਇਹਦੇ ਵਿੱਚ ਧਾਗਾ ਪਾ ਕੇ ਐਡਰੈਸ ਟੈਗ ਪਾ ਕੇ ਇਸ ਤਰ੍ਹਾਂ ਐਡਰੈਸ ਟੈਗ ਦੇ ਨਾਲ ਇੱਥੇ ਜਿਹੜਾ ਹੈਗਾ ਸੀਲ ਕਰ ਦੇਣਾ। ਸੋ ਸਾਡੀ ਇਹ ਸੀਲਿੰਗ ਦੀ ਜਿਹੜੀ ਹੈਗੀ ਆ ਟੋਟਲ ਜਿਹੜਾ ਪ੍ਰੋਸੈਸ ਆ ਇਸ ਬਾਰੇ ਬਦਲਿਆ ਹੋਇਆ। ਉਮੀਦ ਕਰਦੇ ਹਾਂ ਕਿ ਸਾਡੇ ਪ੍ਰੈਜ਼ਾਈਡਿੰਗ ਆਫੀਸਰ ਤੇ ਸਾਡੇ ਸਮੁੱਚੇ ਰਿਟਰਨਿੰਗ ਆਫੀਸਰ, ਸਾਡਾ ਪੋਲਿੰਗ ਸਟਾਫ ਇਸ ਜਿਹੜੀ ਸੀਲਿੰਗ ਦੀ ਪ੍ਰਕਿਰਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਜਿਹੜੀ ਸਾਡੀ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜੂਗਾ। ਇਹ ਸੀਲਿੰਗ ਕਰਨ ਤੋਂ ਬਾਅਦ ਮੇਰੀ ਇੱਕ ਬੇਨਤੀ ਆ ਪ੍ਰੈਜ਼ਾਈਡਿੰਗ ਆਫੀਸਰ ਸਾਹਿਬਾਨ ਨੂੰ ਕਿ ਜਦੋਂ ਤੁਸੀਂ ਮੌਕ ਪੋਲ ਕਰ ਲਿਆ, ਸੀਲਿੰਗ ਕਰ ਲਈ, ਉਸ ਤੋਂ ਬਾਅਦ ਤੁਸੀਂ ਇਸ ਈਵੀਐਮ ਨੂੰ ਔਨ
ਆਫ ਵਾਰੀ-ਵਾਰੀ ਬਿਲਕੁਲ ਨਹੀਂ ਕਰਨਾ। ਸੀਲਿੰਗ ਤੋਂ ਬਾਅਦ ਆਪਾਂ ਉਦੋਂ ਹੀ ਔਨ ਕਰਨੀ ਆ ਜਦੋਂ ਪੂਰਾ ਵੋਟਾਂ ਦਾ ਸਮਾਂ ਹੈ ਜਿਹੜਾ ਉਹ ਸ਼ੁਰੂ ਹੋਊਗਾ। ਸੋ ਜਦੋਂ ਤੁਹਾਡਾ ਵੋਟਾਂ ਦਾ ਸਮਾਂ ਸ਼ੁਰੂ ਹੋ ਗਿਆ ਉਦੋਂ ਬਾਅਦ ਉਸੇ ਤਰ੍ਹਾਂ ਹੀ ਤੁਸੀਂ ਕਨੈਕਸ਼ਨ ਆ ਜਿਹੜੇ ਕੰਟਰੋਲ ਯੂਨਿਟ ਦੇ ਨਾਲ ਜਦੋਂ ਸੀਲ ਹੋ ਗਏ ਉਹਨੂੰ ਜਿਹੜਾ ਜੋੜ ਦੇਣਾ। ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਦਿਖਾਇਆ ਗਿਆ ਸੀ ਕਿ ਕੰਟਰੋਲ ਜਿਹੜਾ ਇਹਦਾ ਵੀਵੀਪੈਟ ਦਾ ਜਿਹੜਾ ਕਨੈਕਟਰ ਆ ਉਹਨੂੰ ਕੰਟਰੋਲ ਯੂਨਿਟ ਦੇ ਨਾਲ ਜੋੜ ਦੇਣਾ। ਜੋੜਨ ਤੋਂ ਬਾਅਦ ਜਦੋਂ ਐਕਚੁਅਲ ਪੋਲ ਹੋ ਗਈ ਤਾਂ ਆਪਾਂ ਸਭ ਤੋਂ ਪਹਿਲਾਂ ਵੀਵੀਪੈਟ ਨੂੰ ਔਨ ਕਰਨਾ ਹੈ। ਉਸ ਤੋਂ ਬਾਅਦ ਜਿਹੜਾ ਤੁਹਾਡਾ ਕੰਟਰੋਲ ਯੂਨਿਟ ਆ ਉਹਨੂੰ ਔਨ ਕਰਨਾ ਹੈ। ਉਹਨੂੰ ਔਨ ਕਰਨ ਤੋਂ ਬਾਅਦ ਇਸੇ ਤਰ੍ਹਾਂ ਜਿਹੜਾ ਤੁਹਾਡਾ ਕੰਟਰੋਲ ਯੂਨਿਟ ਆ ਉਹ ਆਪਣਾ ਸੀਰੀਅਲ ਨੰਬਰ ਦੱਸੇਗਾ, ਡੇਟ ਦੱਸੇਗਾ, ਟਾਈਮ ਦੱਸੇਗਾ ਔਰ ਨਾਲ ਦੀ ਨਾਲ ਹੀ ਵੀਵੀਪੈਟ ਆ ਜਿਹੜਾ ਉਹਦੀਆਂ 7 ਸਲਿੱਪਾਂ ਡ੍ਰੌਪ ਬਾਕਸ ਦੇ ਵਿੱਚ ਡਿੱਗਣਗੀਆਂ ਜਦੋਂ ਸਟਾਰਟ ਕਰਦੀ ਪੋਲਿੰਗ। ਔਰ ਜਿਹੜਾ ਇਹ ਕੰਟਰੋਲ ਯੂਨਿਟ ਆ ਉਹ ਐਨਾਲਾਈਜ਼ ਕਰੇਗਾ ਵੀਵੀਪੈਟ ਨੂੰ, ਸਾਡੇ ਬੈਲਟ ਯੂਨਿਟ ਨੂੰ, ਇਹਨਾਂ ਦੀ ਵਰਕਿੰਗ ਦੇ ਸੰਬੰਧ ਦੇ ਵਿੱਚ। ਜਦੋਂ ਪੂਰਨ ਤੌਰ ਦੇ ਉੱਤੇ ਈਵੀਐਮ ਰੈਡੀ ਦਾ ਲਾਸਟ ਦੇ ਉੱਤੇ ਸਾਡੇ ਡਿਸਪਲੇ ਯੂਨਿਟ ਦੇ ਉੱਪਰ ਬਟਨ ਦੇ ਉੱਪਰ ਨਾ ਆ ਗਿਆ ਕਿ ਹੁਣ ਈਵੀਐਮ ਰੈਡੀ ਆ, ਉਦੋਂ ਤੁਸੀਂ ਜਿਹੜਾ ਪਹਿਲਾ ਵੋਟਰ ਆ ਜਿਹੜਾ ਤੁਹਾਡੀ ਲਾਈਨ ਦੇ ਵਿੱਚ ਲੱਗਿਆ ਹੋਏਗਾ ਉਹ ਆਏਗਾ। ਉਹਨੂੰ ਪਹਿਲਾਂ ਵਾਂਗ ਹੀ ਬੈਲਟ ਯੂਨਿਟ ਇਸ਼ੂ ਕਰੋਗੇ। ਇਹਦੇ ਨਾਲ ਹੀ ਰੈੱਡ ਲੈਂਪ ਆ ਜਿਹੜਾ ਉਹ ਔਨ ਹੋ ਜਾਏਗਾ। ਉਹਦੇ ਨਾਲ ਹੀ ਜੋ ਤੁਸੀਂ ਕੈਂਡੀਡੇਟ ਇੱਧਰ ਜਾਏਗਾ ਤਾਂ ਇਹਦਾ ਰੈੱਡ ਲੈਂਪ ਦੇ ਨਾਲ ਦੇ ਜਿਹੜਾ ਬੈਲਟ ਯੂਨਿਟ ਦਾ ਰੈਡੀ ਲੈਂਪ ਆ ਉਹ ਔਨ ਹੋ ਜਾਏਗਾ, ਗ੍ਰੀਨ ਲੈਂਪ ਇੱਥੋਂ ਵੋਟ ਪਾਊਗਾ। ਇਸੇ ਤਰ੍ਹਾਂ ਜਿਹੜੇ ਕੈਂਡੀਡੇਟ ਆਉਂਦੇ ਜਿਹੜੇ ਕੈਂਡੀਡੇਟ ਦੇ ਜਿਹੜੇ ਵੋਟਰ ਆ ਸਾਡੇ ਉਹ ਆਉਂਦੇ ਜਾਣਗੇ, ਵੋਟਾਂ ਪਾਉਂਦੇ ਜਾਣਗੇ ਔਰ 7 ਸਕਿੰਟਾਂ ਦੇ ਲਈ ਜਿਹੜੀ ਸਲਿੱਪ ਆ ਜਿਹੜੇ ਉਹ ਕੈਂਡੀਡੇਟ ਨੂੰ ਵੋਟ ਪਾਉਣਗੇ ਇਹਦੇ ਵਿੱਚ ਡਿੱਗਦੀ ਰਹੇਗੀ। ਸੋ ਇਹ ਜਦੋਂ ਪ੍ਰੋਸੈਸ ਚੱਲਦਾ ਰਹੂਗਾ ਤਾਂ ਪ੍ਰੈਜ਼ਾਈਡਿੰਗ ਆਫੀਸਰ ਦੇ ਲਈ ਇਹ ਖਾਸ ਗੱਲਾਂ ਜਿਹੜੀਆਂ ਉਹ ਧਿਆਨ ਰੱਖਣ ਦੇ ਲਈ ਯੋਗਦਾਨ ਇਹ ਆ ਕਿ ਚੱਲਦੀ ਪੋਲ ਪ੍ਰੋਸੈਸ ਦੇ ਦੌਰਾਨ ਕਿਤੇ ਵੀ ਜਿਹੜਾ ਆਪਾਂ ਇਹ ਜਿਹੜਾ ਸਾਡਾ ਜਿਹੜਾ ਕੰਟਰੋਲ ਯੂਨਿਟ ਦੇ ਉੱਪਰ ਜਿਹੜਾ ਸਾਡਾ ਰਿਜ਼ਲਟ ਸੈਕਸ਼ਨ ਦੇ ਉੱਪਰ ਜਿਹੜਾ ਸਾਡਾ ਕਲੋਜ਼ ਬਟਨ ਆ ਇਹਨੂੰ ਆਪਾਂ ਪ੍ਰੈਸ ਨਹੀਂ ਕਰਨਾ, ਇਹਨੂੰ ਚੱਕ ਕੇ ਕਿਸੇ ਵੀ ਹਾਲ ਦੇ ਵਿੱਚ। ਜਿਹੜੇ ਸਾਡੇ ਇਹ 2 ਸੈਕਸ਼ਨ ਆ ਇਹ ਸਾਡੇ ਹੋਣਗੇ VOTING ਕੰਪਾਰਟਮੈਂਟ ਦੇ ਵਿੱਚ ਔਰ ਸਾਡਾ ਜਿਹੜਾ ਇਹ ਕੰਟਰੋਲ ਯੂਨਿਟ ਆ ਇਹ APRO ਕੋਲ ਹੈਗਾ। ਸੋ APRO ਬੈਲਟ ਪੇਪਰ ਇਸ਼ੂ ਕਰੇਗਾ ਔਰ ਜਿਹੜਾ ਇਹ ਦੋਨੋਂ ਚੀਜ਼ਾਂ ਜਿਹੜੀਆਂ ਸਾਡੀਆਂ VOTING ਕੰਪਾਰਟਮੈਂਟ ਦੇ ਵਿੱਚ ਹੋਣਗੀਆਂ। VOTING ਕੰਪਾਰਟਮੈਂਟ ਦੇ ਵਿੱਚ ਇਹ ਥੋੜਾ ਜਿਹਾ ਇਨਸ਼ੋਰ ਕਰਨਾ ਹੈ ਕਿ ਜਿਹੜਾ ਸਾਡਾ ਵੀਵੀਪੈਟ ਆ ਉਹ ਡਾਇਰੈਕਟ ਸਨਲਾਈਟ ਦੇ ਵਿੱਚ ਨਾ ਹੋਵੇ ਜਾਂ ਕੋਈ ਉੱਪਰ ਇਹਦੇ ਕੋਈ ਬਲਬ ਨਾ ਲੱਗਿਆ ਹੋਵੇ। ਬਹੁਤ ਹੀ ਹਾਈ ਪਾਵਰ ਵੋਲਟੇਜ ਵਾਲਾ ਬਲਬ ਆ ਜਿਹੜਾ ਉੱਪਰਲੇ ਪਾਸੇ ਨਹੀਂ ਚਾਹੀਦਾ ਕਿਉਂਕਿ ਇਹਦੇ ਸੈਂਸਰ ਸੈਂਸਿਟਿਵ ਹੁੰਦੇ ਆ, ਉਦੋਂ ਫਿਰ ਇਹਦੇ ਵਿੱਚ ਐਰਰ ਆਉਣ ਦੀਆਂ ਸੰਭਾਵਨਾਵਾਂ ਜਿਹੜੀਆਂ ਹੋ ਜਾਂਦੀਆਂ। ਸੋ ਜਦੋਂ ਤੁਹਾਡਾ ਲਾਸਟ ਵੋਟਰ ਆ ਜਿਹੜਾ ਉਹ ਵੋਟ ਪਾ ਗਿਆ, ਜਦੋਂ ਵੋਟਾਂ ਦੀ ਜਿਹੜੀ ਪ੍ਰਕਿਰਿਆ ਖਤਮ ਹੋ ਗਈ ਤਾਂ ਈਵੀਐਮ ਨੂੰ ਆਪਾਂ ਬੰਦ ਕਰਨਾ 2 ਤਰੀਕਿਆਂ ਦੇ ਨਾਲ। ਸਭ ਤੋਂ ਪਹਿਲਾਂ ਤਾਂ ਆਪਾਂ ਈਵੀਐਮ ਨੂੰ ਕਲੋਜ਼ ਕਰਨਾ। ਸੋ ਆਪਾਂ ਜਿਹੜਾ ਇਹਦਾ ਕਲੋਜ਼ ਬਟਨ ਆ ਇਸ ਕਵਰ ਨੂੰ ਚੱਕ ਕੇ ਕਲੋਜ਼ ਬਟਨ ਨੂੰ ਆਪਾਂ ਇੱਥੋਂ ਪ੍ਰੈਸ ਕਰ ਦੇਣਾ। ਈਵੀਐਮ ਤੁਹਾਡੀ ਸੀਲ ਹੋਏਗੀ। ਇਸੇ ਤਰ੍ਹਾਂ ਹੁਣ ਇਹ ਡੰਮੀ ਸੀਲ ਆ, ਇਹਦੀਆਂ ਸੀਲਾਂ ਜਿਹੜੀਆਂ ਉਖੜੀਆਂ ਹੋਈਆਂ ਇਸ ਤਰ੍ਹਾਂ ਤੁਹਾਡੀ ਈਵੀਐਮ ਉਸ ਵਕਤ ਸੀਲ ਹੋਏਗੀ। ਆਪਾਂ ਇਹ ਕਵਰ ਚੱਕ ਕੇ ਈਵੀਐਮ ਦਾ ਆ ਜਿਹੜਾ ਬਟਨ ਆ ਇਹਨੂੰ ਪ੍ਰੈਸ ਕਰ ਦੇਣਾ, ਇਹਨੂੰ ਕਲੋਜ਼ ਕਰ ਦੇਣਾ ਤੇ ਉੱਥੇ ਆ ਜਾਏਗੀ ਈਵੀਐਮ ਜਿਹੜੀ ਹੈਗੀ ਆ ਕਲੋਜ਼ ਹੋ ਰਹੀ ਆ। ਜਦੋਂ ਈਵੀਐਮ ਕਲੋਜ਼ ਹੋ ਗਈ, ਜਦੋਂ ਐਂਡ ਦਾ ਨਿਸ਼ਾਨ ਆ ਗਿਆ ਲਾਸਟ ਦੇ ਉੱਤੇ ਤਾਂ ਤੁਸੀਂ ਕੋਈ ਵੀ ਪੋਲਿੰਗ ਏਜੰਟ ਨੂੰ ਦਿਖਾ ਸਕਦੇ ਹੋ। ਉਸ ਤੋਂ ਬਾਅਦ ਬੁਲਾ ਕੇ ਜੇ ਕਿ ਤੁਸੀਂ ਇੱਕ ਬੈਲਟ ਇਸ਼ੂ ਕਰੋਗੇ ਤਾਂ ਇੱਥੇ ਇਨਵੈਲਿਡ ਆ ਜਾਏਗਾ ਕਿ ਭਾਈ ਹੁਣ ਇਹਦੀ ਯਾਨੀ ਕਿ ਕੋਈ ਵੀ ਵੋਟ ਆ ਜਿਹੜੀ ਉਹ ਨਹੀਂ ਪਏਗੀ। ਸੋ ਜਦੋਂ ਈਵੀਐਮ ਕਲੋਜ਼ ਹੋ ਗਈ ਉਸ ਤੋਂ ਬਾਅਦ ਕੋਈ ਵੋਟ ਨਹੀਂ ਪਏਗੀ। ਪਰ ਆਪਾਂ ਜੇ ਉਹ ਕਹਿਣਗੇ ਕਿ ਟੋਟਲ ਵੋਟਾਂ ਕਿੰਨੀਆਂ ਪਈਆਂ ਤਾਂ ਆਪਾਂ ਟੋਟਲ ਪ੍ਰੈਸ ਕਰਕੇ ਉਹਨਾਂ ਨੂੰ ਦੱਸ ਸਕਦੇ ਹਾਂ ਕਿ ਇਹ ਜਿਹੜੀ ਵੋਟ ਆ ਕਿੰਨੀਆਂ ਜਿਹੜੀਆਂ ਟੋਟਲ ਵੋਟਾਂ ਤੁਹਾਡੀ ਪੋਲਿੰਗ ਸਟੇਸ਼ਨ ਦੇ ਉੱਤੇ ਪਈਆਂ। ਇਹਨੂੰ ਈਵੀਐਮ ਨੂੰ ਕਲੋਜ਼ ਕਰਨ ਤੋਂ ਬਾਅਦ ਤੁਸੀਂ ਜਿਹੜਾ ਸਾਡਾ ਕੰਟਰੋਲ ਯੂਨਿਟ ਆ ਉਹਦੀ ਜਿਹੜੀ ਸਵਿਚ ਆ ਇਹਨੂੰ ਨੀਚੇ ਨੂੰ ਜ਼ਰੂਰ ਕਰਨਾ, ਇਹਨੂੰ ਆਫ ਕਰ ਦੇਣਾ, ਇਹਦੀ ਬੈਟਰੀ ਨੂੰ ਨੀਚੇ ਤੋਂ ਇਹਦਾ ਜਿਹੜਾ ਕਨੈਕਸ਼ਨ ਉਹ ਆਫ ਹੋ ਜਾਏਗਾ। ਨੀਚੇ ਤੋਂ ਇਸ ਤੋਂ ਇਥੋਂ ਆਫ ਕਰ ਦੇਣਾ। ਸੋ ਆਫ ਕਰਨ ਤੋਂ ਬਾਅਦ ਆਪਾਂ ਜਿਹੜਾ ਤੁਹਾਡਾ ਵੀਵੀਪੈਟ ਆ ਉਹਨੂੰ ਵੀ ਆਪਾਂ ਜਿਹੜਾ ਹੈਗਾ ਏ ਉਹ ਟਰਾਂਸਪੋਰਟੇਸ਼ਨ ਮੋਡ ਦੇ ਵਿੱਚ ਕਰਨਾ। ਯੂਨਿਟ ਆ ਉਹਨੂੰ ਵੀ ਤੁਸੀਂ ਆਫ ਕਰਤਾ ਤੇ ਇਹਦੇ ਜਿਹੜੇ ਕਨੈਕਸ਼ਨ ਆ ਉਹਨਾਂ ਨੂੰ ਆਪਾਂ ਵੱਖੋ ਵੱਖਰਾ ਕਰਕੇ ਇਹਨਾਂ ਦੇ ਜਿਹੜੇ ਕਨੈਕਸ਼ਨ ਆ ਉਹਨਾਂ ਨੂੰ ਲਾ ਦੇਣਾ ਔਰ ਉਤਾਰ ਕੇ ਇਹਨਾਂ ਨੂੰ ਸਾਰਿਆਂ ਨੂੰ। ਤੇ ਮਹੱਤਵਪੂਰਨ ਗੱਲ ਜਿਹੜੀ ਇਹ ਆ ਕਿ ਜਿਹੜਾ ਵੀਵੀਪੈਟ ਆ ਉਹਦੀ ਜਿਹੜੀ ਬੈਟਰੀ ਆ ਉਹਨੂੰ ਵੀ ਤੁਸੀਂ ਬਾਹਰ ਕੱਢਣਾ ਇਸ ਤਰ੍ਹਾਂ ਕਰਕੇ। ਇਸ ਤਰ੍ਹਾਂ ਤੁਸੀਂ ਜ਼ੋਰ ਲਾ ਕੇ ਬੈਟਰੀ ਆ ਜਿਹੜੀ ਉਹ ਬਾਹਰ ਕੱਢ ਲੈਣੀ ਆ ਔਰ ਇਹਨੂੰ ਕਿਸੇ ਖਾਸ ਲਿਫਾਫੇ ਦੇ ਵਿੱਚ ਐਨਵੈਲਪ ਦੇ ਵਿੱਚ ਪਾ ਲੈਣਾ ਕਿਉਂਕਿ ਇਹਦੀ ਬੈਟਰੀ ਆ ਜਿਹੜੀ ਉਹ ਤੁਹਾਡੇ ਤੋਂ ਅਲੱਗ ਦੇ ਤੌਰ ਦੇ ਉੱਤੇ ਨੌਨ ਸਟ੍ਰੈਚਰੀ ਦੇ ਵਿੱਚ ਲਈ ਜਾਣੀ ਆ। ਸੋ ਹੁਣ ਆਪਣੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਏ ਵੀਵੀਪੈਟ ਤੋਂ ਜਿਹੜਾ ਹੈਗਾ ਸਾਡਾ ਬੈਲਟ ਯੂਨਿਟ ਆ ਉਹਨੂੰ ਵੀ ਅਸੀਂ ਵੱਖਰਾ ਕਰ ਦੇਣਾ। ਉਹਨੂੰ ਵੱਖਰਾ ਕਰਕੇ ਅਸੀਂ ਜਿਹੜੇ ਇਹਨਾਂ ਦੇ ਵੱਖੋ ਵੱਖਰੇ ਜਿਹੜੇ ਕੇਸਿਸ ਆ ਉਹਨਾਂ ਦੇ ਵਿੱਚ ਇਹਨਾਂ ਨੂੰ ਸੀਲ ਕਰ ਦੇਣਾ ਔਰ ਸੀਲ ਕਰਕੇ ਇਹਨਾਂ ਨੂੰ ਵਿੱਚ ਪਾ ਕੇ ਜਿਹੜੇ ਬਾਹਰ ਐਡਰੈਸ ਟੈਗ ਆ ਉਹਨਾਂ ਦੇ ਨਾਲ ਸੀਲ ਕਰਕੇ ਲਾਖ ਲਾ ਕੇ ਜਿਹੜੀ ਤੁਸੀਂ ਪੋਲਿੰਗ ਸਟੇਸ਼ਨ ਤੋਂ ਜਿਹੜੀ ਤੁਹਾਡੀ ਨਾਲ ਤੁਹਾਨੂੰ ਫੋਰਸ ਦਿੱਤੀ ਹੋਊਗੀ ਉਹਦੇ ਨਾਲ ਹੀ ਜਾ ਕੇ ਜਿਹੜਾ ਵੀ ਤੁਹਾਡਾ ਡੈਸਟੀਨੇਸ਼ਨ ਉਹਨਾਂ ਨੇ ਮਿਥਿਆ ਉੱਥੇ ਜਾ ਕੇ ਸਮਾਨ ਆ ਜਿਹੜਾ ਸਾਰਾ ਸਟੈਚਰੀ ਨੌਨ ਸਟੈਚਰੀ ਦੇ ਨਾਲ ਜਮ੍ਹਾਂ ਕਰਵਾ ਦੇਣਾ। ਸੋ ਉਮੀਦ ਕਰਦੇ ਆ ਕਿ ਇਹ ਜਿਹੜੀ ਈਵੀਐਮ ਸੰਬੰਧੀ ਟ੍ਰੇਨਿੰਗ ਆ ਉਹ ਇਹਨਾਂ ਚੋਣਾਂ ਨੂੰ ਨੇਪਰੇ ਚੜ੍ਹਨ ਦੇ ਵਿੱਚ ਤੁਹਾਡੇ ਲਈ ਬਹੁਤ ਸਹਾਈ ਹੋਏਗੀ। ਸੋ ਬੇਨਤੀ ਹੈ ਕਿ ਆਓ ਆਪਾਂ ਲੋਕਤੰਤਰ ਦੇ ਇਹ ਸਭ ਤੋਂ ਵੱਡੇ ਮੇਲੇ ਦਾ ਹਿੱਸਾ ਬਣੀਏ
ਤੇ ਸਾਫ਼ ਸੁਥਰੀਆਂ ਚੋਣਾਂ ਕਰਵਾਉਣ ਦੇ ਵਿੱਚ ਆਪਣਾ ਮਹੱਤਵਪੂਰਨ ਹਿੱਸਾ ਜਿਹੜਾ ਉਹ ਜ਼ਰੂਰ ਪਾਈਏ। ਧੰਨਵਾਦ।